Good morning, students. Today we are going to start new chapter that is a correlation. Statistics for economics के अंदर बेटा हमारे पास लेसन है correlation जिहदे विच असीं 3 क्वेश्चन करांगे meaning of correlation, types of correlation and third one is Carl Pearson's coefficient of correlation by the actual mean method. आज दी वीडियो विच असीं meaning of correlation and types of correlation डिस्कस करने जा रहे हैं. Now correlation. Correlation is a statistical method or statistical technique that measures the quantitative relationship between different variables like between price and demand. It is denoted by R. Correlation की है बेटा? Correlation stats एक method है जिसके थ्रू ਅਸੀਂ numerical निकालने हैं. तो as we know there are many variables, बहुत सारे variables ਹੁੰਦੇ हैं ਜਦੋਂ ਅਸੀਂ different variables ਦਾ ਆਪਸ ਵਿੱਚ ਕੀ relationship ਹੈ ਉਹਨਾਂ ਨੂੰ ਅਸੀਂ technically discuss ਕਰਨੇ ਆ with the help of numerical discuss ਕਰਨੇ ਆ ਤੇ ਇਸ topic ਨੂੰ ਬੇਟਾ correlation ਦਾ ਨਾਮ ਦਿੰਦੇ ਆ. correlation ਨੂੰ ਅਸੀਂ ਕੋਲੇਸ਼ਨ ਨੂੰ ਅਸੀਂ ਵਿਦ ਦੀ ਹੈਲਪ ਆਫ ਸਮਾਲ ਆਰ ਡਿਨੋਟ ਕਰਨੇ ਆ. ਜਿਵੇਂ ਅਸੀਂ ਰੀਅਲ ਲਾਈਫ ਵਿੱਚ ਪ੍ਰਾਈਸ ਤੇ ਡਿਮਾਂਡ ਦਾ ਰਿਲੇਸ਼ਨਸ਼ਿਪ ਡਿਸਕਸ ਕਰਨੇ ਆ, ਪ੍ਰਾਈਸ ਵੱਧਦਾ ਡਿਮਾਂਡ ਘਟਦੀ ਹੈ, ਤੇ ਜੇ ਇਹਨੂੰ ਅਸੀਂ ਮੈਥਮੈਟਿਕਲੀ ਨੂਮੈਰੀਕਲ ਦੀ ਫਾਰਮ 'ਚ ਕਨਵਰਟ ਕਰਨਾ ਹੋਏ ਤੇ ਅਸੀਂ ਫਾਰਮੂਲੇ ਥਰੂ ਸਮ ਸੋਲਵ ਕਰੀਏ ਤੇ ਉਸ ਸਮ ਨੂੰ ਅਸੀਂ ਕੋਲੇਸ਼ਨ ਦੇ ਸਮਸ ਦਾ ਨਾਮ ਦੇਵਾਂਗੇ. ਤੇ ਕੋਲੇਸ਼ਨ ਇੱਕ ਟੈਕਨੀਕ ਹੈ ਜਿਸ ਦੇ ਥਰੂ ਅਸੀਂ ਕੁਆਂਟੀਟਿਵ ਰਿਲੇਸ਼ਨਸ਼ਿਪ ਬਿਟਵੀਨ ਡਿਫਰੈਂਟ ਵੇਰੀਏਬਲਸ ਨੂੰ ਡਿਸਕਸ ਕਰਨੇ ਆ. ਤੇ ਕੋਲੇਸ਼ਨ ਬਹੁਤ ਤਰ੍ਹਾਂ ਦਾ ਹੁੰਦਾ ਹੈ. ਵਨ ਇਜ਼ ਪੋਜ਼ੀਟਿਵ ਕੋਲੇਸ਼ਨ, ਅਦਰ ਇਜ਼ ਨੈਗੇਟਿਵ ਕੋਲੇਸ਼ਨ. ਪੋਜ਼ੀਟਿਵ ਕੋਲੇਸ਼ਨ ਕੀ ਹੈ? when two variable move in same direction, that is when one variable increase other also increase, one decrease other also decrease, such a relationship is known as a positive correlation. ਕਹਿੰਦੇ ਜਦੋਂ ਅਸੀਂ ਦੋ ਵੇਰੀਏਬਲ ਦੀ ਗੱਲ ਕਰੀਏ, ਫॉर ਐਗਜ਼ਾਮਪਲ ਬੇਟਾ ਅਸੀਂ ਪ੍ਰਾਈਸ ਤੇ ਸਪਲਾਈ ਨੂੰ ਲਿਆ, ਪ੍ਰਾਈਸ ਇਨ ਰੁਪੀਜ਼ ਐਂਡ ਸਪਲਾਈ. ਜਦੋਂ ਪ੍ਰਾਈਸ ਵੱਧਦਾ ਹੈ ਤੇ ਬੇਟਾ ਸਪਲਾਈ ਵਧਦੀ ਹੈ. ਜਦੋਂ ਦੋ ਵੇਰੀਏਬਲ ਸੇਮ ਡਾਇਰੈਕਸ਼ਨ 'ਚ ਮੂਵ ਕਰਨ, ਜੇ ਇੱਕ ਵਧੇ ਤੇ ਦੂਸਰਾ ਹੀ ਵਧੇ, ਜੇ ਇੱਕ ਘਟੇ ਤੇ ਦੂਸਰਾ ਵੀ ਘਟੇ, ਤਾਂ ਉਸਨੂੰ ਅਸੀਂ ਪੋਜ਼ੀਟਿਵ ਕੋਲੇਸ਼ਨ ਕਹਿੰਦੇ ਹਾਂ. ਜਦੋਂ ਦੋਨੋਂ ਵੇਰੀਏਬਲ ਇੱਕੋ ਡਾਇਰੈਕਸ਼ਨ ਵਿੱਚ ਵਧਣ ਜਾਂ ਘਟਣ, ਉਹਨੂੰ ਅਸੀਂ ਪੋਜ਼ੀਟਿਵ ਕੋਲੇਸ਼ਨ ਦਾ ਨਾਮ ਦਿੰਦੇ ਹਾਂ. ਸੈਕਿੰਡ ਪਾਰਟ ਦੈਟ ਇਜ਼ ਅ ਨੈਗੇਟਿਵ ਕੋਲੇਸ਼ਨ. ਨੈਗੇਟਿਵ ਕੋਲੇਸ਼ਨ ਜਿਵੇਂ ਕਿ ਪੋਜ਼ੀਟਿਵ ਸੇਮ ਡਾਇਰੈਕਸ਼ਨ ਸੀ ਤੇ ਨੈਗੇਟਿਵ ਅੰਡਰਸਟੂਡ ਹੈ ਦੈਟ ਇਜ਼ ਇਨ ਆਪੋਜ਼ਿਟ ਡਾਇਰੈਕਸ਼ਨ. ਵੈਨ ਟੂ ਵੇਰੀਏਬਲ ਚੇਂਜ ਇਨ ਡਿਫਰੈਂਟ ਡਾਇਰੈਕਸ਼ਨ ਇਨ ਆਪੋਜ਼ਿਟ ਡਾਇਰੈਕਸ਼ਨ ਇਟ ਇਜ਼ ਨੋਨ ਐਜ਼ ਅ ਨੈਗੇਟਿਵ ਕੋਲੇਸ਼ਨ. ਰਿਲੇਸ਼ਨਸ਼ਿਪ ਬਿਟਵੀਨ ਪ੍ਰਾਈਸ ਐਂਡ ਡਿਮਾਂਡ, ਜਿਵੇਂ ਸਾਨੂੰ ਪਤਾ ਕਿ ਪ੍ਰਾਈਸ ਤੇ ਡਿਮਾਂਡ 'ਚ ਨੈਗੇਟਿਵ ਰਿਲੇਸ਼ਨਸ਼ਿਪ ਆ ਜਾਂਦਾ, ਇਨਡਾਇਰੈਕਟ ਰਿਲੇਸ਼ਨਸ਼ਿਪ ਆ ਜਾਂਦਾ. ਤਾਂ ਉਹ ਰਿਲੇਸ਼ਨਸ਼ਿਪ ਜਦੋਂ ਦੋ ਵੇਰੀਏਬਲ ਆਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰਦੇ, ਇੱਕ ਵੱਧਦਾ ਤੇ ਦੂਸਰੀ ਚੀਜ਼ ਘਟਦੀ ਹੈ, ਉਹਨੂੰ ਅਸੀਂ ਨੈਗੇਟਿਵ ਕੋਲੇਸ਼ਨ ਦਾ ਨਾਮ ਦਿੰਦੇ ਹਾਂ. ਫॉर एग्जाम्पल प्राइस ते डिमांड, प्राइस ते डिमांड, प्राइस 10 20 30 40 50, प्राइस इंक्रीज होया, प्राइस 10 तो 50 तक चला गया. दैन डिमांड ऑपोजिट डायरेक्शन, पहले 500 सी, दैन 400, दैन 300, दैन 200, दैन 100. प्राइस ਤੇ डिमांड दोनों च ऑपोजिट रिलेशनशिप है. अगर प्राइस ਵਧਦਾ बेटा तो डिमांड घटती है. तो ਇਹੋ ਜਿਹਾ ਰਿਲੇਸ਼ਨਸ਼ਿਪ प्राइस एंड डिमांड टू वेरीएबल्स, एक ਵਧਦਾ ਪਿਆ ਇੱਕ ਘਟਦਾ ਪਿਆ, ਜਦੋਂ ਵੇਰੀਏਬਲ ਆਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰਦੇ ਉਹਨੂੰ ਅਸੀਂ ਨੈਗੇਟਿਵ ਕੋਲੇਸ਼ਨ ਦਾ ਨਾਮ ਦਿੰਦੇ ਹਾਂ. ਦੈਨ ਬੇਟਾ ਲੀਨੀਅਰ ਐਂਡ ਨੋਨ ਲੀਨੀਅਰ ਕੋਲੇਸ਼ਨ. ਲੀਨੀਅਰ ਮੀਨ ਸਟੇਟ ਲਾਈਨ. ਓਕੇ, ਜਦੋਂ ਅਸੀਂ ਦੋ ਟੌਪਿਕਸ 'ਤੇ ਦੋ ਵੇਰੀਏਬਲਸ ਦੇ ਕੋਲੇਸ਼ਨ ਨੂੰ ਡਿਸਕਸ ਕਰਨੇ ਆ ਤੇ ਫਿਰ ਉਹਨੂੰ ਡਰੋ ਕਰਨੇ ਆ ਡਾਇਗਰਾਮ ਦੀ ਫਾਰਮ ਵਿੱਚ, ਤੇ ਸਾਡੇ ਕੋਲ ਸਟ੍ਰੇਟ ਲਾਈਨ ਬਣੇ, ਦੈਟ ਇਜ਼ ਅ ਲੀਨੀਅਰ ਕੋਲੇਸ਼ਨ. ਲਿਖਿਆ ਇਨ ਲੀਨੀਅਰ ਕੋਲੇਸ਼ਨ the two set of data show same fixed proportion to each other and therefore form a straight line in a graph paper. It is known as a linear. ਹੁਣ ਜਿਵੇਂ ਇਹ ਵਾਲਾ ਟੇਬਲ ਸਾਡੇ ਕੋਲ ਹੈਗਾ, ਇਹ ਦੋਨੋਂ ਮੂਵ ਕਰ ਰਿਹਾ, ਇਹਨਾਂ ਦੋਨੋਂ ਚੇਂਜ ਆ ਰਿਹਾ, 10 plus 10 plus again 10 plus again 10 plus. ਡਿਮਾਂਡ ਕਰਦੀ ਪਈ ਹੈ -100 -100 -100 -100. ਅਸੀਂ ਇਹਨਾਂ ਦੋਨਾਂ ਵੇਰੀਏਬਲਸ ਨੂੰ ਦੇਖੀਏ ਤੇ ਇਹਨਾਂ ਵਿੱਚ ਸੇਮ ਪ੍ਰਪੋਰਸ਼ਨ 'ਚ ਚੇਂਜ ਆ ਰਿਹਾ ਹੈ. ਇੱਥੇ ਸਾਰੀ ਰੇਸ਼ੋ ਵਿੱਚ 10 10 ਦਾ ਚੇਂਜ, ਇਹ 'ਚ -100 ਦਾ ਚੇਂਜ. ਜੇ ਅਸੀਂ ਇਹਨਾਂ ਦੋਨਾਂ ਨੂੰ ਡਾਇਗਰਾਮ ਦੀ ਫਾਰਮ ਵਿੱਚ ਪਲੋਟ ਕਰੀਏ ਦੈਨ ਵੀ ਵਿਲ ਗੈਟ ਡਾਇਗਰਾਮ ਜਿਹਦੀ ਸ਼ੇਪ ਕੀ ਹੋਏਗੀ? ਸਟੇਟ ਲਾਈਨ. ਇਟ ਕੈਨ ਬੀ ਅਪਵਰਡ ਸਲੋਪਿੰਗ, ਇਟ ਕੈਨ ਬੀ ਡਾਊਨਵਰਡ ਸਲੋਪਿੰਗ, ਪਰ ਸਟੇਟ ਲਾਈਨ ਹੋਏਗੀ, ਉਹਨੂੰ ਅਸੀਂ ਲੀਨੀਅਰ ਕੋਲੇਸ਼ਨ ਦਾ ਨਾਮ ਦੇਣਾ. ਨੋਨ ਲੀਨੀਅਰ ਕੋਲੇਸ਼ਨ. Non-linear correlation, it is two set of data which show fixed proportion, which do not show fixed proportion to each other, therefore do not make any straight line such as on a graph paper. It is non-linear correlation. ਜਦੋਂ ਅਸੀਂ ਦੋ ਵੇਰੀਏਬਲ 'ਚ ਕੋਲੇਸ਼ਨ ਡਿਸਕਸ ਕਰਨੇ ਆ ਪਰ ਇੱਕ ਵੈਲਿਊ ਜ਼ਿਆਦਾ ਇਨਕਰੀਜ਼ ਹੋ ਰਹੀ ਹੈ, ਇੱਕ ਘੱਟ ਇਨਕਰੀਜ਼ ਹੋ ਰਿਹਾ, ਕਦੀ 10 ਕਦੀ ਉਹਨਾਂ 'ਚ ਪ੍ਰਪੋਰਸ਼ਨਲ ਚੇਂਜ 10 ਦਾ, ਕਦੀ 20 ਦਾ, ਕਦੀ 30 ਦਾ, ਕਦੀ 40 ਦਾ ਚੇਂਜ ਆ ਜਾਂਦਾ, ਕਦੀ 100 ਦਾ, ਕਦੀ 200 ਦਾ, ਦੈਟ ਇਜ਼ ਨੋਟ ਫਿਕਸਡ. ਤਾਂ ਉਹਦੀ ਤਾਂ ਸ਼ੇਪ ਡਰਾ ਹੁੰਦੀ ਹੈ. ਇਟ ਕੈਨ ਬੀ ਇਨ ਐਨੀ शेप, किसी स्ट्रेट लाइन को छड़ के कोई एल शेप बन रही है, कोई यू शेप बन रही है, कोई इनवर्स यू शेप बन रही है,
ਐਫ ਸ਼ੇਪ 'ਚ ਆ ਰਿਹਾ ਹੈ, ਵੀ ਸ਼ੇਪ 'ਚ ਡਾਇਗਰਾਮ ਆ ਰਿਹਾ ਹੈ, ਦੈਨ ਯੂ ਸ਼ੇਪ ਦੀ ਕੋਸਟ ਵਾਲੀ ਡਾਇਗਰਾਮ ਤੁਸੀਂ ਫੋਲੋ ਕਰ ਲਓ, ਰੈਵਨਿਊ ਦੇ ਡਾਇਗਰਾਮ ਫੋਲੋ ਕਰ ਲਓ। ਤਾਂ ਜਦੋਂ ਦੋ ਵੇਰੀਏਬਲ ਨੂੰ ਡਿਸਕਸ ਕੀਤਾ ਜਾਂਦਾ ਤਾਂ ਡਾਇਗਰਾਮ ਦੀ ਸ਼ੇਪ ਸਟੇਟ ਲਾਈਨ ਨਾ ਆਏ, ਰੀਜ਼ਨ ਕੀ ਹੁੰਦਾ ਉਹਨਾਂ 'ਚ ਫਿਕਸ ਪ੍ਰਪੋਰਸ਼ਨਲ ਚੇਂਜ ਨਹੀਂ ਆਉਂਦਾ, ਤੁਹਾਨੂੰ ਅਸੀਂ ਨॉन ਲੀਨੀਅਰ ਕੋਲਿਸ਼ਨ ਵੀ ਕਹਿੰਦੇ ਹਾਂ ਜਾਂ ਨॉन ਕਰਵੀ ਕੋਲਿਸ਼ਨ ਵੀ ਕਹਿੰਦੇ ਹਾਂ। ਦੈਨ ਬੇਟਾ ਸਿੰਪਲ ਐਂਡ ਮਲਟੀਪਲ ਕੋਲਿਸ਼ਨ। ਸਿੰਪਲ ਕੋਲਿਸ਼ਨ ਜਦੋਂ ਅਸੀਂ ਦੋ ਵੇਰੀਏਬਲਸ ਦੇ ਰਿਲੇਸ਼ਨਸ਼ਿਪ ਨੂੰ ਡਿਸਕਸ ਕਰਨਾ, ਜਸਟ ਲਾਈਕ ਪ੍ਰਾਈਸ ਐਂਡ ਡਿਮਾਂਡ, ਅਸੀਂ ਸਿੰਪਲੀ ਕਹਿੰਦੇ ਹਾਂ ਪ੍ਰਾਈਸ ਵੱਧਦਾ ਡਿਮਾਂਡ ਘਟਦੀ ਹੈ, ਸਪਲਾਈ ਪ੍ਰਾਈਸ ਐਂਡ ਸਪਲਾਈ, ਪ੍ਰਾਈਸ ਵੱਧਦਾ ਸਪਲਾਈ ਵੱਧਦੀ ਹੈ, ਤਾਂ ਉਹਨੂੰ ਅਸੀਂ ਸਿੰਪਲ ਕੋਲਿਸ਼ਨ ਦਾ ਨਾਮ ਦਿੰਦੇ ਹਾਂ। ਪਰ ਜਦੋਂ ਅਸੀਂ ਕੋਲਿਸ਼ਨ ਬਹੁਤ ਸਾਰੇ ਫੈਕਟਰ ਨਾਲ ਡਿਸਕਸ ਕਰਨੇ ਆ ਤਾਂ ਸਿੰਪਲ ਕੋਲਿਸ਼ਨ ਹੋ ਕੇ ਮਲਟੀਪਲ ਕੋਲਿਸ਼ਨ ਬਣਦਾ। ਮਲਟੀਪਲ ਕੋਲਿਸ਼ਨ ਸ਼ੋ ਦਾ ਰਿਲੇਸ਼ਨਸ਼ਿਪ ਬਿਟਵੀਨ more than 2 ਵੇਰੀਏਬਲ, 3, 4 or more ਵੇਰੀਏਬਲ ਸਾਈਮਲਟੇਨੀਅਸਲੀ, ਇਟ ਇਜ਼ ਨੋਨ ਐਜ਼ ਅ ਮਲਟੀਪਲ ਕੋਲਿਸ਼ਨ। ਜਦੋਂ ਅਸੀਂ ਇੱਕ ਜਾਂ ਦੋ ਤੋਂ ਵੱਧ ਟੌਪਿਕਸ ਨੂੰ ਇਕੱਠਾ ਡਿਸਕਸ ਕਰਨੇ ਆ, that is known as a multiple coalition। ਨਾ ਬੇਟਾ ਜਦੋਂ ਅਸੀਂ ਮਲਟੀਪਲ ਕੋਲਿਸ਼ਨ ਦੀ ਗੱਲ ਕਰਨੇ ਆ ਤਾਂ ਫॉर एग्जांपल dx is a function of px, pr, y, e, f and so on। ਤੁਹਾਨੂੰ ਯਾਦ ਹੋਏ ਜਦੋਂ ਡਿਮਾਂਡ ਵਾਲਾ ਲੈਸਨ ਡਿਸਕਸ ਕੀਤਾ ਸੀ, ਅਸੀਂ ਕਹੇ ਕਿ ਕਿਸੇ ਪ੍ਰੋਡਕਟ ਦੀ ਡਿਮਾਂਡ, ਮੰਨ ਲਓ ਕਿਸੇ ਚੀਜ਼ ਦਾ ਨਾਮ x ਹੈ, x ਦੀ ਡਿਮਾਂਡ ਪ੍ਰਾਈਸ ਦੇ ਉੱਪਰ ਵੀ ਡਿਪੈਂਡ ਕਰਦੀ ਹੈ, ਰਿਲੇਟਿਡ ਗੁੱਡਸ, ਸਬਸਟੀਟਿਊਟ ਗੁੱਡਸ ਐਂਡ ਕੰਪਲੀਮੈਂਟਰੀ ਗੁੱਡਸ, y ਮੀਨ ਇਨਕਮ, e ਮੀਨ एक्सपेक्टेशन, f ਮੀਨ फैशन, टेस्ट एंड सो ऑन, नेशनल इनकम, बहुत सारी चीज़ों के ऊपर डिपेंड करती है। तो जो ਅਸੀਂ ਇਹ ਵਾਲੇ ਕੰਸੈਪਟ ਨੂੰ ਵਿਦ ਦੀ ਹੈਲਪ ਆਫ ਅਦਰ ਫੈਕਟਰ ਡਿਸਕਸ ਕਰੀਏ, ਜਿਹਨੂੰ ਅਸੀਂ ਇਨਕਰੀਜ਼ ਇਨ ਡਿਮਾਂਡ ਵੀ ਕਹਿੰਦੇ ਹਾਂ, ਤਾਂ ਉਹਨੂੰ ਅਸੀਂ ਮੈਥਮੈਟਿਕਲੀ ਲੈ ਕੇ ਜਾਈਏ, ਦੈਨ ਇਟ ਇਜ਼ ਬਿਕਮ ਅ ਮਲਟੀਪਲ ਕੋਲਿਸ਼ਨ। ਜਦੋਂ ਕਿਸੇ ਵੇਰੀਏਬਲ ਦਾ ਰਿਲੇਸ਼ਨਸ਼ਿਪ ਬਾਕੀ ਦੋ ਤੋਂ ਵੱਧ ਵੇਰੀਏਬਲ ਨਾਲ ਡਿਸਕਸ ਕੀਤਾ ਜਾਂਦਾ ਬੇਟਾ, ਉਹਨੂੰ ਮਲਟੀਪਲ ਕੋਲਿਸ਼ਨ ਦਾ ਨਾਮ ਦਿੱਤਾ ਜਾਂਦਾ। Then last, that is a partial coalition, when more than 2 variables are involved and out of these relationship between only 2 variables is studied, stating other variable is constant। ਕਹਿੰਦੇ ਜਦੋਂ ਅਸੀਂ ਡਿਸਕਸ ਕਰਨੇ ਆ relationship between 2 variables, for example dx is a function of px, ਠੀਕ ਹੈ, ਅਸੀਂ ਕਹਤਾ ਕਿਸੇ ਚੀਜ਼ ਦੀ ਡਿਮਾਂਡ ਪ੍ਰਾਈਸ ਉੱਪਰ ਡਿਪੈਂਡ ਕਰਦੀ ਹੈ, ਅਸਿਊਮਿੰਗ y, ਟੇਸਟ, ਐਕਸਪੈਕਟੇਸ਼ਨ ਐਂਡ ਫੈਸ਼ਨ, ਇਹਨਾਂ ਦੇ ਉੱਪਰ ਅਸੀਂ ਬਾਰ ਲਗਾਤੀ, ਇਟ ਮੀਨ ਦੀਸ ਥਿੰਗਸ ਆਰ ਕੌਨਸਟੈਂਟ। ਜਦੋਂ ਅਸੀਂ ਦੋ ਵੇਰੀਏਬਲ ਦੇ ਰਿਲੇਸ਼ਨਸ਼ਿਪ ਨੂੰ ਡਿਸਕਸ ਕरें, ਅਸਿਊਮਿੰਗ ਅਦਰ ਵੇਰੀਏਬਲਸ ਜਿਵੇਂ ਇਨਕਮ ਹੈ, ਟੇਸਟ ਹੈ, ਫੈਸ਼ਨ ਹੈ, ਐਕਸਪੈਕਟੇਸ਼ਨ 'ਚ ਇਹਨਾਂ 'ਚ ਕੋਈ ਚੇਂਜ ਨਹੀਂ ਆ ਰਿਹਾ, ਤਾਂ ਉਹਦੇ ਅਕੋਰਡਿੰਗਲੀ ਅਸੀਂ ਮੈਥਮੈਟਿਕਲੀ ਨੂੰ ਯੂਜ਼ ਕਰਨੇ ਆ, ਦੈਟ ਇਜ਼ ਨੋਨ ਐਜ਼ ਅ ਪਾਰਸ਼ਲ ਕੋਲਿਸ਼ਨ, ਦੈਟ ਇਜ਼ ਅ ਪਾਰਸ਼ੈਲਿਟੀ ਵੈਨ ਮੋਰ ਦੈਨ 2 ਵੇਰੀਏਬਲਸ ਆਰ ਇਨਵੋਲਵ। ਦੋ ਵੇਰੀਏਬਲ ਇਨਵੋਲਵ ਕਿਤਨੇ हैं, आउट ऑफ these 2 variables we treating relationship between these 2 and assume that other variables are constant, other variable constant ਮੰਨ ਲਿਆ, ਉਹਨੂੰ ਅਸੀਂ ਪਾਰਸ਼ਲ ਕੋਲਿਸ਼ਨ ਦਾ ਨਾਮ ਦਿੰਦੇ ਹਾਂ। ਤੇ ਅੱਜ ਅਸੀਂ ਡਿਸਕਸ ਕੀਤਾ ਮੀਨਿੰਗ ਆਫ ਕੋਲਿਸ਼ਨ ਐਂਡ ਇਟਸ ਟਾਈਪ। ਅਗਲੀ ਵੀਡੀਓ 'ਚ ਬੇਟਾ ਅਸੀਂ ਡਿਸਕਸ ਕਰਾਂਗੇ ਨੂਮੈਰੀਕਲ ਕਾਲਪਰਸਨ ਵਿਦ ਡਿਗਰੀਜ਼ ਆਫ ਕੋਲਿਸ਼ਨ, ਕੋਲਿਸ਼ਨ ਦੀ ਡਿਗਰੀਜ਼ ਕੀ ਹੁੰਦੀ ਹੈ। ਦਿਸ ਇਜ਼ ਅਬਾਊਟ ਟੂਡੇ।